ਸ਼ੁਰੂ ਕਰਾਂ। ਅਮਰ ਕਰੀਮ ਸਾਹਿਬ। من الشيطان الرجيم بسم الله الرحمن الرحيم ياسين والقرآن الحكيم إنك لمن المرسلين على صراط مستقيم تنزيل العزيز الرحيم صدق الله العظيم اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد جزاك الله جزاک اللہ عمر صاحب، شکریہ۔ پاک پتن بیسی ਟਰੈਕਟਰ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਵਾ। ਅਸੀਂ ਬੜੀ ਰਿਸਰਚ ਕੀਤੀ ਆ ਕਿ ਇਹ ਕਿਉਂ ਆ। ਸਾਡੀ ਸਮਝ ਤੋਂ ਬਾਹਰ ਆ, ਕਿਉਂਕਿ ਫੀਏਟ ਟਰੈਕਟਰਸ ਜਿਹੜਾ ਹੈ ਉਹ ਤੇਲ ਵੀ ਘੱਟ ਪੀਂਦਾ ਵਾ, ਉਹਦਾ ਇੰਜਨ ਵੀ ਜ਼ਿਆਦਾ ਤਾਕਤਵਰ ਹੈ, ਰੋਟਾਵੇਟਰ ਤੇ ਵੀ ਜ਼ਿਆਦਾ ਕਾਮਯਾਬ ਹੈ, ਡੀਲਰ ਵੀ ਅੱਛੇ ਨੇ, ਕੰਪਨੀ ਵੀ ਅੱਛੀ ਬੈਕਅਪ ਸਪੋਰਟ ਕਰਦੀ ਆ। ਅਤੇ ਮੈਂ ਜਿਹੜੇ ਵੀ ਇੱਥੇ ਸ਼ਰਕਾ ਬੈਠੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਹੁਣ ਜੋ ਵੀ ਉਹ ਟਰੈਕਟਰ ਅਪਲਾਈ ਕਰਨ ਬੈਂਕ ਦੇ ਥਰੂ ਜਾਂ ਕੈਸ਼ 'ਤੇ, ਉਹ ਇੱਕ ਦਫਾ ਫੀਏਟ ਨੂੰ ਮੌਕਾ ਦੇਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਫੀਏਟ ਦੀ ਕੀ ਖਾਸੀਅਤ ਹੈ ਅਤੇ ਫੀਏਟ ਕੀ ਬੈਕਅਪ ਸਪੋਰਟ ਕਰਦਾ ਵਾ, ਕੀ ਸਪੋਰਟ ਕਰਦਾ ਵਾ। 2 ਸਾਲ ਪਹਿਲੇ ਅਸੀਂ ਇੱਕ ਸਟੱਡੀ ਕੀਤੀ ਸੀ ਐਗਰੀ ਮੈਕਨਾਈਜੇਸ਼ਨ ਇੰਸਟੀਚਿਊਟ ਆ ਪੰਜਾਬ ਦਾ, ਕਿ ਕਿਹੜਾ ਟਰੈਕਟਰ ਬਿਹਤਰ ਆ। ਇਹ ਗਵਰਨਮੈਂਟ ਆਫ ਪੰਜਾਬ ਦੀ ਕੋਈ ਹੈ ਇਦਾਰਾ ਹੈ, ਜਿਹਦੇ ਵਿੱਚ ਫੀਏਟ ਦੇ ਟਰੈਕਟਰ ਵੀ ਆਏ ਅਤੇ ਮੈਸੀ ਦੇ ਵੀ ਆਏ, ਅਤੇ ਰਿਜ਼ਲਟ ਇਹ ਕੱਢਿਆ ਗਿਆ ਕਿ ਫੀਏਟ ਦੇ ਟਰੈਕਟਰ 25% ਡੀਜ਼ਲ ਘੱਟ ਖਾਂਦੇ ਨੇ, ਉਹਨਾਂ ਦੀ ਕੰਮ ਦੀ ਸਲਾਹੀਅਤ ਵੀ ਜ਼ਿਆਦਾ ਹੈ, ਮੇਨਟੇਨੈਂਸ ਵੀ ਘੱਟ ਹੈ। ਅਤੇ ਤੁਸੀਂ ਤਾਂ ਸੋਚੋਗੇ ਜੀ ਕੰਪਨੀ ਦੇ ਬੰਦੇ ਨੇ ਉਹ ਤਾਰੀਫ ਕਰਦੇ ਨੇ। ਮੈਂ ਖੁਦ ਫਾਰਮਰ ਹਾਂ, ਅਸੀਂ ਖੁਦ ਫੀਏਟ ਯੂਜ਼ ਕਰਦੇ ਹਾਂ ਅਤੇ ਬੜਾ ਅੱਛਾ ਰਿਜ਼ਲਟ ਲੈਂਦੇ ਹਾਂ ਅਸੀਂ, ਕਿਉਂਕਿ ਜਿੰਨਾ ਤੇਲ ਮਹਿੰਗਾ ਵਾ। ਅਤੇ ਮੈਂ ਤਾਂ ਸਭ ਦੋਸਤਾਂ ਨੂੰ ਇਹੀ ਕਹਾਂਗਾ ਕਿ ਫੀਏਟ ਦੀ ਤਰਫ ਆਓ ਅਤੇ ਕੋਸ਼ਿਸ਼ ਕਰੋ ਕਿ ਫੀਏਟ ਨੂੰ ਹੀ ਤੁਸੀਂ ਚਲਾਓ। ਇੱਕ ਤਾਂ ਖੇਤੀਬਾੜੀ ਵਾਸਤੇ ਫੀਏਟ ਦਾ ਟਰੈਕਟਰ ਬੜਾ ਅੱਛਾ ਵਾ, ਇਹਦਾ ਕਿਉਂਕਿ ਟਾਰਕ ਬੜਾ ਅੱਛਾ ਵਾ, ਇਹਦੀ ਖਿਚਾਈ ਜ਼ਿਆਦਾ ਵਾ, ਇਹਦਾ PTO ਦੀ ਪਾਵਰ ਜ਼ਿਆਦਾ ਵਾ ਬਨਿਸਬਤ ਦੂਸਰੇ ਟਰੈਕਟਰ ਦੇ। ਵੈਸੇ ਤਾਂ ਬਹੁਤ ਖਾਸੀਅਤਾਂ ਨੇ, ਅਗਰ ਮੈਂ ਟੈਕਨੀਕਲ ਚਲਾ ਜਾਵਾਂ, ਜਿਹਦੇ ਵਿੱਚ ਗੇਅਰ ਬਕਸਾ ਵੀ ਹੈ, ਜਿਹਦੇ ਵਿੱਚ ਪਾਵਰ ਸਟੀਅਰਿੰਗ ਵੀ ਹੈ, ਜਿਹਦੇ ਵਿੱਚ ਇੰਜਨ ਦੀ ਖਾਸੀਅਤ ਵੀ ਹੈ। ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦੇਣਾ ਹੋਵੇ, ਫੀਏਟ 'ਚ ਪੈਂਦਾ ਵਾ 12 ਲੀਟਰ ਆਇਲ ਅਤੇ ਮੈਸੀ 'ਚ ਪੈਂਦਾ ਵਾ 8 ਲੀਟਰ। ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿ ਉਹ ਕਿੰਨਾ ਵੀਕ ਇੰਜਨ ਹੋਏਗਾ ਮੈਸੀ ਦਾ। ਐਨੀਵੇਜ਼ ਇਹ ਸਾਡਾ ਜਿਹੜਾ ਹੈ ਬੇਸਿਕਲੀ ਪ੍ਰੋਗਰਾਮ ਜਿਹੜਾ ਹੈ ਉਹ ਅਵੇਅਰਨੈਸ ਦਾ ਹੈ ਕਿ ਬੈਂਕ ਦੇ ਥਰੂ ਕਿਸ ਤਰ੍ਹਾਂ ਟਰੈਕਟਰ ਬੁੱਕ ਹੋਏਗਾ। ਅਤੇ ਮੈਂ ਇੱਥੇ ਮੇਰੇ ਦੋਸਤ ਬੈਠੇ ਨੇ, BOP ਦੇ ਵੀ ਬੈਠੇ ਨੇ, ZT नामदहू वनसल्ली अला रसूलिहिल करीम अम्मा बाद फ़ाउज़ु बिल्लाहि मिनश शैतानिर रजीम बिस्मिल्लाहिर रहमानिर रहीम अस्सलामु अलैकुम। ਸਭ ਤੋਂ ਪਹਿਲੇ ਤੇ ਅਸੀਂ ਅਲਗਾਜ਼ੀ ਟਰੈਕਟਰ ਵਾਲਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਈਵੈਂਟ ਮੁਨੱਕਦ ਕਰਵਾਇਆ, ਜਿਹਦੇ ਵਿੱਚ ਫਾਰਮਰਸ ਨੂੰ ਇਨਵਾਈਟ ਕੀਤਾ ਗਿਆ ਕਿ ਉਹਨਾਂ ਦੀ ਖੁਸ਼ਹਾਲੀ ਵਾਸਤੇ, ਉਹਨਾਂ ਦੀ ਆਗਾਹੀ ਵਾਸਤੇ ਜਿਹੜੀ ਕਰੰਟ ਇੱਕ ਸਕੀਮ ਚੱਲ ਰਹੀ ਹੈ ਵਜ਼ੀਰ ਆਜ਼ਮ ਸ਼ਬਾਜ਼ ਸ਼ਰੀਫ ਦੀ, ਵਜ਼ੀਰ ਆਜ਼ਮ ਯੂਥ ਬਿਜ਼ਨਸ ਔਰ ਐਗਰੀਕਲਚਰ ਲੋਨ ਸਕੀਮ, ਉਹਦੇ ਬਾਰੇ ਤੁਹਾਨੂੰ ਦੱਸਿਆ ਜਾਵੇ, ਤੁਹਾਨੂੰ ਮਾਲੂਮਾਤ ਦਿੱਤੀ ਜਾਵੇ ਕਿ ਤੁਸੀਂ ਕਿਸ ਤਰੀਕੇ ਨਾਲ ਇਸ ਸਕੀਮ ਦੇ ਵਿੱਚੋਂ ਫਾਇਦਾ ਉਠਾ ਸਕਦੇ ਹੋ ਅਤੇ ਆਪਣਾ ਜਿਹੜਾ ਟਰੈਕਟਰ ਹੈ ਉਹ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਅਤੇ ਕਿਸ ਤਰ੍ਹਾਂ ਉਹਨੂੰ ਹਾਸਲ ਕਰ ਸਕਦੇ ਹੋ। ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇਹਦੇ ਵਾਸਤੇ ਅਪਲਾਈ ਕਰ ਵੀ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਇਹਦੇ ਵਿੱਚ ਜਿਹੜਾ ਹਰ ਪਾਕਿਸਤਾਨੀ ਹੈ ਜਿਹਦਾ ਸ਼ਨਾਖਤੀ ਕਾਰਡ ਬਣਿਆ ਹੋਇਆ ਹੈ, 21 ਸਾਲ ਦੀ ਇਹਦਾ ਉਮਰ ਦਾ ਜਿਹੜਾ ਤਕਾਜ਼ਾ ਹੈ ਉਹ 21 ਸਾਲ ਤੋਂ 45 ਸਾਲ ਹੈ। ਅਗਰ ਤੁਹਾਡੀ 21 ਸਾਲ ਤੋਂ 45 ਸਾਲ ਦੇ ਅੰਦਰ ਉਮਰ ਆਉਂਦੀ ਹੈ ਤਾਂ ਤੁਸੀਂ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਦੂਸਰੀ ਗੱਲ ਇਹ ਕਿ ਇਹਦੇ ਵਿੱਚ ਅਗਰ ਤੁਹਾਡੇ ਸ਼ਨਾਖਤੀ ਕਾਰਡ ਦੇ ਉੱਤੇ ਪਾਕਿਸਤਾਨ ਨਹੀਂ ਲਿਖਿਆ ਹੋਇਆ, ਕੋਈ ਸਾਊਦੀ ਅਰਬ ਦਾ ਐਡਰੈਸ ਲਿਖਿਆ ਹੋਇਆ ਹੈ ਜਾਂ ਬਾਹਰਲੇ ਮੁਲਕ ਦਾ ਕੋਈ ਹੋਰ ਐਡਰੈਸ ਲਿਖਿਆ ਹੈ, ਤੇ ਫਿਰ ਵੀ ਤੁਸੀਂ ਅਪਲਾਈ ਨਹੀਂ ਕਰ ਸਕਦੇ। ਤੁਹਾਡੇ ਸ਼ਨਾਖਤੀ ਕਾਰਡ 'ਤੇ ਤੁਹਾਡਾ ਪਾਕਿਸਤਾਨ ਲਿਖਣਾ ਜ਼ਰੂਰੀ ਹੈ, ਉਹ ਹੋਣਾ ਚਾਹੀਦਾ, ਤਾਂ ਤੁਸੀਂ ਫਿਰ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਔਰਤਾਂ ਵੀ ਅਪਲਾਈ ਕਰ ਸਕਦੀਆਂ ਨੇ, ਸਿਰਫ ਇਹ ਨਹੀਂ ਕਿ ਮਰਦ ਹੀ ਅਪਲਾਈ ਕਰ ਸਕਦੇ ਨੇ। ਇਹਦੇ ਵਿੱਚ ਟਰੈਕਟਰ ਵਾਸਤੇ ਔਰਤਾਂ ਵੀ ਅਪਲਾਈ ਕਰ ਸਕਦੀਆਂ ਨੇ। ਅਗਰ ਤੁਹਾਡੀ ਉਮਰ ਜ਼ਿਆਦਾ ਹੈ 45 ਸਾਲ ਤੋਂ,
ਤੇ ਅਗਰ ਤੁਸੀਂ ਆਪਣੇ ਬੇਟੇ ਦੇ ਨਾਮ ਅਪਲਾਈ ਕਰਾਉਂਦੇ ਹੋ ਤੇ ਉਹਦਾ ਵੀ ਹੋ ਜਾਏਗਾ ਅਪਲਾਈ। ਇਹਦੀ ਸ਼ਰਤ ਇਹ ਹੈ ਕਿ ਜਿਹੜੀ ਫਰਦ ਹੈ ਜ਼ਮੀਨ ਵਗੈਰਾ ਉਹ ਤੁਹਾਡੇ ਨਾਮ ਅਗਰ ਹੈ ਤੇ ਉਹ ਵੀ ਉਹਨਾਂ ਦੇ ਮਤਲਬ ਕਿ ਜਿਹੜਾ ਡਾਕੂਮੈਂਟ ਦੇ ਵਿੱਚ ਆ ਜਾਏਗੀ, ਉਹ ਕੋਈ ਮਸਲਾ ਨਹੀਂ ਹੈ। ਅਗਰ ਉਹਦੇ ਨਾਮ ਜ਼ਮੀਨ ਨਹੀਂ ਵੀ ਹੈ ਤੇ ਫਿਰ ਵੀ ਤੁਸੀਂ ਉਹਦੇ ਨਾਮ ਤੇ ਟਰੈਕਟਰ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਇੱਕ ਹੋਰ ਚੀਜ਼ ਕਿ ਆਪਣੀ ਜਿਹੜੀ ਜ਼ਮੀਨ ਹੈ ਤੁਹਾਡੀ ਉਹ ਪਲੱਜ ਹੋਏਗੀ, ਬੈਂਕ ਦੇ ਨਾਮ ਹੋਏਗੀ ਜਾਂ ਨਹੀਂ ਹੋਏਗੀ। ਇਹਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਬੈਂਕ ਦੇ ਨਾਮ ਬਿਲਕੁਲ ਨਹੀਂ ਹੋਏਗੀ। ਇਹਦੇ ਵਿੱਚ ਤੁਹਾਡੀ ਫਰਦ ਬਰਾਏ ਜ਼ਾਤੀ ਰਿਕਾਰਡ ਜਿਹੜੀ ਹੈ ਉਹ ਬੈਂਕ ਲਏਗਾ ਔਰ ਟਰੈਕਟਰ ਜਿਹੜਾ ਹੈ ਉਹ ਸਿਰਫ ਬੈਂਕ ਦੇ ਨਾਮ ਹੋਏਗਾ। ਇਹਦੇ ਵਿੱਚ ਇੱਕ ਹੋਰ ਜਿਹੜੇ ਜ਼ਿਆਦਾਤਰ ਸਵਾਲ ਹੁੰਦਾ ਹੈ ਕਿ ਇਹਦਾ ਇੰਟਰਸਟ ਰੇਟ ਜਿਹੜਾ ਸੂਦ ਰੇਟ ਹੈ ਉਹ ਕਿਤਨਾ ਹੈ। ਇਹਦੇ ਵਿੱਚ ਜੀ ਗਵਰਨਮੈਂਟ ਨੇ ਜਿਹੜਾ ਫਿਕਸ ਸੂਦ ਰੇਟ ਹੈ ਉਹ ਚੇਂਜ ਨਹੀਂ ਹੋਏਗਾ। ਸਾਲਾਨਾ ਜਿਹੜਾ ਸੂਦ ਰੇਟ ਹੈ ਇਹਦਾ ਉਹ 7% ਹੈ। 15 ਲੱਖ ਤੋਂ ਉੱਪਰ ਤੁਸੀਂ ਅਪਲਾਈ ਕਰੋਗੇ 75 ਲੱਖ ਤੱਕ ਇਹਦੀ ਲਿਮਟ ਹੈ ਤੇ 7% ਤੇ ਤੁਹਾਨੂੰ ਟਰੈਕਟਰ ਮਿਲੇਗਾ ਜਿਹੜਾ ਫਿਕਸ ਹੋਏਗਾ, ਠੀਕ ਹੈ। ਔਰ ਇਹਦਾ ਪੀਰੀਅਡ ਕਿਤਨਾ ਹੈ ਟੋਟਲ, ਇਹਦਾ 8 ਸਾਲਾ ਸਕੀਮ ਹੈ। 8 ਸਾਲ ਦੀ ਇਹ ਸਕੀਮ ਹੈ ਜਿਹਦੀ ਕਿਸ਼ਤ ਜਿਹੜੀ ਉਹ ਤੁਹਾਨੂੰ ਮਹਾਨਾ ਦੇਣੀ ਪੈਣੀ ਹੈ। ਹਰ ਮਹੀਨੇ ਤੁਹਾਡੀ ਕਿਸ਼ਤ ਵਸੂਲੀ ਹੋਏਗੀ, ਬੈਂਕ ਵਸੂਲ ਕਰੇਗਾ। ਇਹਦੀ ਉਹ ਛਮਾਈ ਵਾਲਾ ਨਹੀਂ ਹੈਗੀ ਕਿ ਜਿਸ ਤਰ੍ਹਾਂ ਨਾਰਮਲ ਇੱਕ ਰੈਗੂਲਰ ਲੋਨ ਬੈਂਕ ਕਰਦਾ ਹੈ ਟਰੈਕਟਰ, ਉਹਦੇ ਵਿੱਚ ਮਾਰਕਅਪ ਵੀ ਜ਼ਿਆਦਾ ਹੁੰਦਾ ਹੈ। ਜਿਹੜਾ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਹੈ, ਤੁਹਾਨੂੰ ਪਤਾ ਹੈ ਮਾਰਕਅਪ ਜਿਹੜਾ ਹੈ ਉਹ 25-26% ਤੇ ਚੱਲ ਰਿਹਾ ਹੈ। ਇਹਦੇ ਵਿੱਚ ਗਵਰਨਮੈਂਟ ਨੇ ਫਿਕਸ ਮਾਰਕਅਪ ਕੀਤਾ ਹੈ 7% ਤੇ ਮਹਾਨਾ ਕਿਸ਼ਤ ਤੁਸੀਂ ਦੇਣੀ ਹੈ। ਅਗਰ ਤੁਹਾਨੂੰ ਇਸ਼ੂ ਹੁੰਦਾ ਹੈ ਕਿ ਕਿਸਾਨ ਹੈਗੇ ਨੇ, ਜ਼ਾਹਿਰ ਹੈ ਫਸਲਾਂ ਦੀ ਇਹਨਾਂ ਦੀ ਜਿਹੜੀ ਪੇਮੈਂਟ ਆਉਂਦੀ ਹੈ ਉਹਦੇ ਵਿੱਚ ਕਿਸ਼ਤ ਨਹੀਂ ਦੇ ਸਕਦੇ, ਮਹਾਨਾ ਨਹੀਂ ਦੇ ਸਕਦੇ, ਤੇ ਇਹ 6 ਮਾਹ ਦੀ ਕਿਸ਼ਤ ਐਡਵਾਂਸ ਰਖਾ ਦੇਵਣ ਤਾਂ ਕਿ ਉਹਨਾਂ ਦੀ ਮੰਥਲੀ ਕਿਸ਼ਤ ਤੋਂ ਕਟੌਤੀ ਹੁੰਦੀ ਰਹੇ। ਬਾਕੀ ਇਹਦੇ ਜਿਹੜੇ ਆਪਣੇ ਸ਼ਰਾਇਤੋ ਜ਼ਵਾਬਤ ਨੇ ਉਹਦੇ ਵਿੱਚ ਕਾਗਜ਼ਾਤ ਸਭ ਤੋਂ ਪਹਿਲੇ ਤੁਹਾਡੇ ਕਿਹੜੇ ਕਿਹੜੇ ਹੋਣੇ ਚਾਹੀਦੇ ਨੇ ਅਪਲਾਈ ਕਰਨ ਵਾਸਤੇ। ਤੁਸੀਂ ਇੰਟਰਨੈਟ ਤੇ ਇਹਦਾ ਕੋਈ ਤੁਸੀਂ ਫਾਰਮ ਜਮ੍ਹਾਂ ਨਹੀਂ ਕਰਵਾਉਣਾ ਕਿਸੇ ਬੈਂਕ ਦੇ ਵਿੱਚ ਜਾ ਕੇ। ਤੁਸੀਂ ਅਗਰ ਤੁਹਾਨੂੰ ਇੰਟਰਨੈਟ ਇਸਤੇਮਾਲ ਕਰਨਾ ਆਉਂਦਾ ਹੈ ਤੇ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ। ਅਗਰ ਤੁਹਾਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ ਤੇ ਸਾਡੇ ਬੈਂਕ ਆਫ ਪੰਜਾਬ ਦੀ ਟੀਮ ਇੱਥੇ 24 ਘੰਟੇ ਤੁਹਾਡੇ ਵਾਸਤੇ ਅਵੇਲੇਬਲ ਹੈ, ਠੀਕ ਹੈ। ਉਹਦੇ ਤੁਸੀਂ ਰਹਿਨੁਮਾਈ ਹਾਸਲ ਕਰ ਸਕਦੇ ਹੋ, ਤੁਸੀਂ ਉਹਨਾਂ ਕੋਲੋਂ ਅਪਲਾਈ ਵੀ ਕਰਵਾ ਸਕਦੇ ਹੋ ਤੇ ਉਹ ਤੁਹਾਡਾ ਕੇਸ ਜਲਦ ਤੋਂ ਜਲਦ ਪ੍ਰੋਸੈਸ ਹੋਏਗਾ। ਇਹਦੀ ਕਮ ਤੋਂ ਕਮ ਜਿਹੜੀ ਡਿਊਰੇਸ਼ਨ ਹੈ ਉਹ 45 ਦਿਨ ਦੇ ਅੰਦਰ ਅੰਦਰ ਤੁਹਾਨੂੰ ਟਰੈਕਟਰ ਮਿਲ ਜਾਏਗਾ। ਇੱਥੇ ਸਾਡੇ ਆਪਣੇ ਅਸ਼ਰਫ ਮੁਨੀਰ ਸਾਹਿਬ ਨੇ, ਅਹਿਮਦ ਯਾਰ ਸਾਹਿਬ, ਸ਼ਬੀਰ ਸਾਹਿਬ ਵੀ ਮੌਜੂਦ ਨੇ ਪਾਕ ਪਤਨ ਨੂੰ ਜਿਹੜਾ ਸਰਵ ਕਰ ਰਹੇ ਨੇ, ਉਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਉਹਨਾਂ ਦੇ ਤੁਹਾਨੂੰ ਫ਼ੋਨ ਨੰਬਰ ਵੀ ਮਿਲ ਜਾਣਗੇ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਕਿ ਜਿਹੜਾ ਪਹਿਲੇ ਬੈਂਕ ਦਾ ਡਿਫਾਲਟਰ ਹੈ, ਜਿਹਨੇ ਕੋਈ ਪੈਸੇ ਦੇਣੇ ਨੇ ਕਿਸੇ ਬੈਂਕ ਦੇ ਨਹੀਂ ਦਿੱਤੇ, ਉਹ ਡਿਫਾਲਟਰ ਹੋ ਗਿਆ, ਉਹਦੀ ਕੋਈ ਇਸ ਸਕੀਮ ਦੇ ਵਿੱਚ ਜਗ੍ਹਾ ਨਹੀਂ, ਉਹ ਅਪਲਾਈ ਨਹੀਂ ਕਰ ਸਕਦਾ, ਠੀਕ ਹੋ ਗਿਆ। ਇਸ ਤੋਂ ਇਲਾਵਾ ਇੱਕ ਹੋਰ ਮਾਲੂਮਾਤ ਤੁਹਾਨੂੰ ਦੇਣਾ ਚਾਹਾਂਗਾ ਕਿ ਬੈਂਕ ਆਫ ਪੰਜਾਬ ਸਾਹੀਵਾਲ ਜਿਹੜਾ ਡਿਵੀਜ਼ਨ ਹੈਗਾ, ਇਹਦੇ ਵਿੱਚ ਪਿਛਲੀ ਇਮਰਾਨ ਖਾਨ ਦੀ ਸਕੀਮ ਤੇ ਜਿਹੜੀ ਹੁਣ ਚੱਲ ਰਹੀ ਹੈ, ਇਹਦੇ ਵਿੱਚ 600 ਤੋਂ ਜ਼ਿਆਦਾ ਟਰੈਕਟਰ ਪਹਿਲੇ ਜਿਹੜੇ ਆਪਣੇ ਕਿਸਾਨ ਦੋਸਤ ਨੇ ਉਹਨਾਂ ਨੂੰ ਦੇ ਚੁੱਕਿਆ ਹੈ ਤੇ ਮਜ਼ੀਦ ਇਹਦੇ ਤੇ ਬਹੁਤ ਤੇਜ਼ੀ ਨਾਲ ਵਰਕ ਕਰ ਰਿਹਾ ਹੈ। ਤੇ ਉਮੀਦ ਕਰਨੇ ਆ ਕਿ ਇਨਸ਼ਾਅੱਲਾ ਤੁਸੀਂ ਇਹਦੇ ਵਿੱਚ ਅਪਲਾਈ ਕਰੋਗੇ ਤੇ ਇਹ ਜਿਹੜੀ ਸਕੀਮ ਹੈਗੀ ਹੈ ਇਸ ਮਹਿੰਗਾਈ ਦੇ ਦੌਰ ਤੋਂ ਦੂਸਰੇ ਮਾਰਕਅਪ ਤੋਂ ਬਚਣ 'ਚ ਫਾਇਦਾ ਹਾਸਲ ਕਰੋਗੇ ਇਨਸ਼ਾਅੱਲਾ। ਥੈਂਕ ਯੂ। बिस्मिल्लाहिर्रहमानिर्रहीम। मैं खुद भी ज़िम्मेदार हूँ और फिएट ट्रैक्टर जो है वो मेरे इस्तेमाल में है। ये इससे पहले चीफ मिनिस्टर स्कीम के तहत जो है वो कुरान अंदाज़ी में हमारा ट्रैक्टर निकला था और फिएट की जो है परफॉर्मेंस उससे हम सेटिस्फाइड है। पहली तो एक बात ये है। बाकी चूँकि ये लोन स्कीम जो है इसके हवाले से मुख्तलिफ़ बैंकों के बैंकर साहबान बैठे हैं। 2-3 जो है सवाल जो हैं जिसको फेस करना पड़ता है। फ़र्स्ट ऑफ ऑल गवर्नमेंट चेंज होने के साथ इसके इंटरेस्ट रेट में कोई फ़र्क तो नहीं आएगा कि आप हमें कह रहे हैं कि 7% पे जो है आप ये ले लें। गवर्नमेंट के चेंज होने के बाद अभी तो वैसे आपने कह दिया कि जो मॉनेटरी पॉलिसी है वो इस पर अप्लाई नहीं करेगी जो भी इंटरेस्ट रेट में चेंज आता है। तो क्या गवर्नमेंट चेंज होने के बाद इसके कोई इंटरेस्ट रेट में चेंज? सेकंड ये है कि खुदा न खास्ता कोई ज़िम्मेदार जो है वो लेता है महाना किस्त जो है वो पे नहीं कर पाता, तो क्या उस सूरत में इंटरेस्ट रेट में तो कोई फ़र्क नहीं आएगा? ठीक। और तीसरी बात ये चूँकि बैंक ऑफ पंजाब ने कहा, बाकी जो कि बैंकर्स यहाँ बैठे हैं, अल-फलाह से भी पीर बशारत साहब नज़र आ रहे हैं, ढूडी साहब भी बैठे हैं ZTBL से, तो इसमें ये है कि सारे बैंकों की यही पॉलिसी होगी जो इंस्टॉलमेंट है मंथली इंस्टॉलमेंट से वसूल करेंगे या हर बैंक की पॉलिसी इसमें अलग अलग होगी? तो इसमें अगर थोड़ा सा भाइयों को आगाह कर दिया जाए तो हमारे लिए थोड़ी आसानी हो जाएगी। कि और दूसरी एक आखिरी बात जो है माज़रत के साथ कि ज़मीन की कोई हद इसमें मुकर्रर है कि कितनी ज़मीन जो है
अगर मैं मिसाल के तौर पे कोई ज़मींदार अपने बेटे के लिए, बेटी के या अपनी वाइफ के नाम पे लेता है, तो कोई ज़मीन की भी हद उसमें मुकर्रर है? इसमें भी थोड़ा सी अगर गाइड कर दें तो सबकी रहनुमाई हो जाएगी। जी, सर ने कुछ क्वेश्चन किए हैं, उनके आंसर देना चाहूँगा। सबसे पहला तो ये कि इसमें जो गवर्नमेंट की स्कीम है, इसमें गवर्नमेंट की कंडीशंस होती हैं कि इन कंडीशंस को फॉलो करना है, और उस कंडीशंस के सारे बैंक्स ही बाउंड होते हैं कि हमने इन कंडीशंस को फुलफ़िल करना है। तो इसमें जो मंथली इंस्टॉलमेंट का एक बात की है, तो ये मंथली इंस्टॉलमेंट ही होगी, क्योंकि ये स्टेट बैंक का जो एक नोटिफिकेशन जारी हुआ है उसमें यही मेंशन है कि ये मंथली इंस्टॉलमेंट ही पे करेगा कस्टमर जब उसकी डिसबर्समेंट हो जाएगी। और दूसरी, इसमें एडवांस भी आप, वही आपको पहले भी बताया कि आप अगर मंथली नहीं दे सकते तो आप 6 मंथ की एडवांस रखवा सकते हैं इंस्टॉलमेंट। और दूसरी ये कि ज़मीन की कम अज़ कम क्या शर्त है इसमें, तो इसमें ज़मीन अगर एक बंदे के पास नहीं भी है तो वो ठेके वाला जो एग्रीमेंट होता है ना, वो जिसके साथ एग्रीमेंट करेगा उसका एग्रीमेंट, उसकी फ़र्द, उसका CNIC और खसरा गर्दावरी जो वो कल्टीवेट कर रहा है वो लेकर भी इस पर भी प्रोसेस हो सकता है। अगर उसके पास अपनी ज़मीन है 1 एकड़, उसके साथ भी एडिशनली जो हमारी इंटरनल एक पॉलिसी है उसमें ये कि हम ठेके का एग्रीमेंट साथ लगा देते हैं ताकि 3-4 एकड़ के लिए वो ट्रैक्टर उसका ना पॉलिसी पे करवा के उसको प्रोसेस करवाया जाए। तो इसमें ज़मीन का कोई फिक्स क्राइटेरिया नहीं है, जैसे रेगुलर में 5 एकड़ कम अज़ कम हो या 4 एकड़ हो तो हम ट्रैक्टर करते हैं। इस स्कीम में इस तरह की कोई बाउंड नहीं है। थैंक यू। अस्सलाम वालेकुम वरहमतुल्लाहि वबरकातुहू। वालेकुम सब तो पहले तो मैं तमाम दोस्तों का जेड़े जो हमारे सब दोस्त बैंक ऑफ पंजाब से तशरीफ़ लाए, बैंक अल्फला से आए, फिनका से, ज़रिए तरक्याती बैंक से और दीगर बैंकों से आए हैं, और हमारे तमाम ज़िम्मेदार भाई जो अपना वक्त निकाल के आए, आप सबका बहुत शुक्रिया। अल्लाह ताला आपको जज़ाए खैर दे, आप हमारी दावत पे तशरीफ़ लाए। मुझे 25 साल हो गए हैं ट्रैक्टर इंडस्ट्री के अंदर ही। अल्हम्दुलिल्लाह 2 ट्रैक्टर कंपनीज़ पाकिस्तान में, जैसा कि आप जानते हैं, ऑपरेट कर रही हैं और ट्रैक्टर्स प्रोड्यूस करती हैं। तो हम इस वक्त जो 480 ट्रैक्टर है हमारा, गाज़ी मॉडल 65 हॉर्स पावर है, और 640 ट्रैक्टर हमारा 75 हॉर्स पावर का जो ट्रैक्टर है। इन 3 मॉडल्स में पाकिस्तान में अलगाज़ी ट्रैक्टर्स का 65% मार्केट शेयर है अल्हम्दुलिल्लाह। और जितना ये आपके इलाके में थोड़े कम नज़र आते हैं क्योंकि पोटैटो बेल्ट है, जो कॉटन का बेल्ट है, और जो ऊपर आपका ये शुरू हो जाता है खानेवाल से लेके मोरू सिंध तक, तो उधर हमारी बहुत ज़्यादा पॉपुलेशन है और अक्सरियत है। तो उसमें लोग इसको सबसे ज़्यादा जो न्यू हॉलैंड को पसंद करते हैं वो इसके इंजन की लॉन्ग लाइफ है। 10-10 साल इसका इंजन अल्हम्दुलिल्लाह निकाल देता है आज के दौर में भी, और इसकी फ्यूल की कंजम्पशन बहुत कम है, डीज़ल की खपत कम है। डीज़ल की खपत जो है तकरीबन, जैसे अकरम ने आपको बताया है, ये गवर्नमेंट के अदारे ने सर्टिफाई की है कि 25 से 30% कम डीज़ल इस्तेमाल करता है। दबंग ट्रैक्टर हमारा जो है ये आप लेज़र पे इस्तेमाल करें तो लेज़र के ऊपर आना और जाना दोनों फेरे करके लेवल करके एक जैसा फील्ड हो तो 5 लीटर में 1 एकड़ ये लेवल कर देता है दबंग ट्रैक्टर। लेकिन अगर आप दूसरी किसी कंपनी का इस्तेमाल करते हैं ट्रैक्टर, जो वो ट्रैक्टर 85 हॉर्स पावर या 75 हॉर्स पावर का है, वो 7.5 लीटर इस्तेमाल करता है। इसी तरह हलों के ऊपर 13 फाला हल आप लगाएं तो दबंग 2.5 लीटर के अंदर 1 एकड़ 2.5-3 लीटर में मुकम्मल कर देता है आपकी वाही जो है, जबकि दूसरे ट्रैक्टर 4 से 4.5 लीटर डीज़ल इस्तेमाल करते हैं। क्योंकि डीज़ल की कीमत बहुत बढ़ गई है तो आपके लिए मुफीद वो ट्रैक्टर है जो आपके अपनी कीमत 2 से 2.5 साल में आपको डीज़ल की बचत में ही वापस लौटा दे। तो इस सिलसिले में एक तो ये है, दूसरा इन ट्रैक्टर्स की पावर ज़्यादा है, इनका जैसे अकरम ने बताया इनके गियर आसानी से शिफ्ट होते हैं, मेंटेनेंस का ख़र्चा कम है। और हमारी यहाँ पे डीलरशिप बहुत पुरानी है, राव हाशिम साहब की और उनके बेटे राव उमर हैं, ये हमारे भाई रियाज साहब यहाँ होते हैं आपकी खिदमत के लिए। ट्रांस ट्रैक्टर पाकपतन, इनका भी मैं शुक्रगुजार हूँ, ये जब भी हम इन्हें कहते हैं एक अच्छी सी तकरीब का इनेकाद करते हैं, और यहीं से आपको अल्हम्दुलिल्लाह क्लेम भी उसका मिलेगा। 14 महीने की हमारी वारंटी है। वाहद कंपनी है पाकिस्तान। अस्सलाम वालेकुम दोस्तों, मैं ਤੁਹਾਡਾ ਭਰਾ ਮੁਹੰਮਦ ਬਸ਼ੀਰ ਚਿਰਾਗ ਵੱਟੂ ਤੇ ਅੱਜ ਜਨਾਬ ਅਸੀਂ ਆਏ ਜੀ
ਅਲਗਾਜ਼ੀ ਵਾਲਿਆਂ ਦਾ ਸੈਮੀਨਾਰ ਹੈ ਛੋਟਾ ਜਿਹਾ, ਤੇ ਨਾਲ ਮੇਰੇ ਬਾਈ ਖਾਵਰ ਡੋਗਰ ਸਾਹਿਬ, ਠੀਕ ਹੈ ਜੀ, ਟਰੈਕਟਰ ਕੇਡੀ ਤੋਂ, ਤੇ ਅਸੀਂ ਸਾਰੇ ਭਰਾ ਮਿਲ ਕੇ ਆਏ ਹਾਂ ਜੀ। हाँ जी बिल्कुल आए ਬਾਕੀ ਦੋਸਤੋ ਰਸਤੇ ਦਾ ਕੋਈ ਜ਼ਿਆਦਾਤਰ ਦੋਸਤਾਂ ਨੂੰ ਨਹੀਂ ਪਤਾ ਲੱਗਿਆ, ਤੇ ਇਸ ਲਈ ਜਨਾਬ ਅਸੀਂ ਪਹੁੰਚੇ ਹਾਂ, ਤੇ ਹਾਲੇ ਦੋਸਤ ਵਗੈਰਾ ਇੰਨੇ ਨਹੀਂ ਆਏ। ਬਾਕੀ ਤੁਹਾਨੂੰ ਅਰੇਂਜਮੈਂਟ ਦਿਖਾ ਦੇਣੇ, ਮਾਸ਼ਾਅੱਲਾ ਖੂਬਸੂਰਤ ਇੰਤਜ਼ਾਮ ਕੀਤਾ ਗਿਆ ਜੀ। ਉਹ ਪਾਲਿਸੀ ਜਿਹੜੀ ਤਰਤੀਬ ਦੇਣੀ ਹੈ ਨਾ ਦੋਸਤਾਂ ਨੇ ਵੀ ਦੱਸਨੇ ਸਾਰਾ ਕੰਪਨੀ ਦੀ ਕੰਪਨੀ ਦੀ ਤਰਫੋਂ ਤੇ ਬੈਂਕਾਂ ਦੀ ਤਰਫੋਂ ਸਾਰੇ ਬੈਂਕਾਂ ਦੀ ਤਰਫੋਂ ਸਾਰੇ ਬੈਂਕਾਂ ਦੀ ਤਰਫੋਂ ਇਸ ਵਾਰ ਜਿਹੜਾ ਨਾ ਛੋਟਾ ਜਿਹਾ ਕਿ ਸੈਮੀਨਾਰ ਇਸ ਨੂੰ ਕਰ ਕੀਤਾ ਗਿਆ ਬਾਕੀ ਦੋਸਤੋ ਮੈਂ ਕਿਹਾ ਚਲੋ ਤੁਹਾਨੂੰ ਥੋੜਾ ਜਿਹਾ ਇਨਫੋਰਮੇਸ਼ਨ ਦੇ ਦਈਏ ਜੀ सेमिनार शुरू होने तो पहले कुछ है जनाब। नौजवान किसानों के नाम खुशहाली का पैगाम, ठीक है जी। वज़ीर-ए-आज़म नौजवान कारोबार ज़राई कर्जा स्कीम, इस स्कीम के तहत पाकिस्तान के तमाम बैंकों से अब आप न्यू हॉलैंड ट्रैक्टर्स के तमाम मॉडल ख़ुसूसी रायती मार्का पर हासिल कर सकते हैं, ठीक है जी। कर्जा की हद T1 5 लाख तक, 90% कर्जा 10% दरख्वास्त गुजार, ठीक है जी। सिक्योरिटी ज़ाती गारंटी मार्कअप 0%, कर्जा की वापसी 3 साल, ठीक है जी। T2 5 लाख से ऊपर और 15 लाख तक, 90% कर्जा 10% दरख्वास्त गुजार, ज़ाती गारंटी 5% मार्कअप 8 साल, ठीक है जी। T3 15 लाख से ऊपर और 75 लाख तक, 80% कर्जा 20% दरख्वास्त गुजार बैंक के कानून के मुताबिक। जिथे दोस्तों तुसीं ज़्यादा कर्जा लेना है उत्थे जनाब बैंक का कानून लाजमी है, ठीक है जी। सिक्योरिटी जी बैंक अपने कानून के मुताबिक तुहाडे कोल आएगा, ज़मीन की फरद वगैरह जो भी लवे, मार्कअप 7% होएगा, ठीक है जी। तो 8 साल मनसूबा है। तो दोस्तों मज़ीद मालूमात के लिए अपने करीबी डीलरशिप न्यू हॉलैंड से रब्ता कर सकते हैं जी। रब्ता नंबर आप दे सकते हैं। मेरा ज़िला पाकपतन है, तो मेरे ज़िले के जो अफराद हैं, मेरे किसान भाई हैं, वो इस नंबर पर रब्ता कर लेंगे। बेहतरीन ताकत आला म्यार, ठीक है जी। न्यू हॉलैंड ट्रैक्टर, तमाम ट्रैक्टर जी तब्दीली होनी चाहिए है, ठीक है जी। उन्होंने किसान रंग पसंद करते सी, रंग बिरंगे आन तो कंपनी ने दे दिते ने। बाकी दोस्तों प्रोग्राम का आगाज़ जी तलावत कुरान पाक तो होएगा। वीडियो थोड़ी जी लंबी है, तो मुकम्मल वेखनी इंशाल्लाह थानू मुकम्मल